ਹੁਣ ਡਾਕੂ 12 ਬੋਰ ਦੀਆਂ ਬੰਦੂਕਾਂ ਪਾ ਕੇ ਤੇ ਕਾਲੇ ਟਿੱਕੇ ਲਾ ਕੇ ਘੋੜਿਆਂ 'ਤੇ ਚੜ੍ਹ ਕੇ ਨਹੀਂ ਆਉਂਦੇ। ਹੁਣ ਤਾਂ ਉਹ ਆਪਣੀਆਂ ਬੇਸਮੈਂਟਾਂ 'ਚ ਬੈਠੇ, ਆਪਣੇ ਘਰਾਂ 'ਚ ਬੈਠੇ, ਆਪਣੇ ਦਫ਼ਤਰਾਂ ਦੇ ਵਿੱਚੋਂ ਹੀ ਲੈਪਟਾਪ 'ਤੇ ਤੁਹਾਨੂੰ ਲੁੱਟ ਲੈਂਦੇ ਨੇ। ਸਾਈਬਰ ਫਰਾਡ ਆ ਜਿਹੜਾ, ਉਸ ਨੂੰ ਹੈਂਡਲ ਕਰਨ ਦੇ ਯਤਨ ਹੋ ਰਹੇ ਨੇ। ਕਾਫੀ ਉਹਨਾਂ ਨੇ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ, ਲੇਕਿਨ ਅੱਜ ਇੱਕ ਜ਼ਿੰਦਾ ਮਿਸਾਲ ਹੈ ਸਮਾਲ ਬਿਜ਼ਨਸਮੈਨ ਦੀ, ਇੱਕ ਟ੍ਰੈਜਡੀ ਹੈ। ਕਿਸ ਤਰੀਕੇ ਨਾਲ ਇੱਕ ਸਾਈਬਰ ਫਰਾਡ ਦੇ ਕੁਛ ਕੁ ਚੋਰਾਂ ਨੇ ਜਾਂ ਡਾਕੂਆਂ ਨੇ ਉਹਨਾਂ ਦਾ ਬਿਜ਼ਨਸ ਜਿਹੜਾ ਤਕਰੀਬਨ ਠੱਪ ਕਰਵਾ ਦਿੱਤਾ ਹੈ। ਜਦੋਂ ਵੀ ਐਪ 'ਤੇ ਕੋਈ ਟ੍ਰਾਂਜੈਕਸ਼ਨ ਹੁੰਦੀ ਹੈ ਮੈਨੂੰ ਨੋਟੀਫਿਕੇਸ਼ਨ ਆ ਜਾਂਦੀ ਆ। ਸੋ 26 ਨੂੰ ਤਾਂ ਨਹੀਂ ਇੰਨਾ ਜੀ ਪਤਾ ਚੱਲਿਆ, ਖੈਰ 27 ਨੂੰ ਮੈਨੂੰ ਜਦੋਂ ਟ੍ਰਾਂਜੈਕਸ਼ਨਸ ਦੀ ਰਿਪੋਰਟ ਆਈ ਜਾਂ ਫਿਰ ਕਹਿ ਲਓ ਇੱਕ ਫੇਕ ਟ੍ਰਾਂਜੈਕਸ਼ਨ ਜਦੋਂ ਟ੍ਰਿਗਰ ਹੋਈ ਅਤੇ ਮੈਨੂੰ ਵਾਰਨਿੰਗ ਅਲਰਟ ਆ ਗਿਆ ਐਪ ਨੂੰ। ਜਦੋਂ ਸਟਾਰਟ ਕੀਤਾ ਸੀ ਜੀ 9000 ਤੋਂ ਸਟਾਰਟ ਕੀਤਾ ਸੀ ਉਹ ਕ੍ਰੈਡਿਟ, ਕਿਉਂਕਿ ਮੈਂ ਨਵਾਂ ਸੀਗਾ ਇਸ ਬਿਜ਼ਨਸ ਦੇ ਵਿੱਚ, ਅਤੇ ਅੱਜ ਹੁਣ ਆਲਮੋਸਟ 100,000 ਤੇ ਆ ਉਹ ਕ੍ਰੈਡਿਟ। ਸੋ ਕਿਸੇ ਨੇ ਤੁਹਾਡੇ ਇੱਕ ਡਰਾਈਵਰ ਦੇ ਕਾਰਡ ਤੋਂ ਹਾਂਜੀ ਐਕਚੁਅਲੀ ਗੈਸ ਹੋਇਆ ਜੀ, ਹਾਂਜੀ ਸੋ ਹੋਇਆ ਇਹ ਜੀ, ਮੈਂ ਜਦੋਂ ਲੌਗਇਨ ਕਰਕੇ ਦੇਖਿਆ ਉਦੋਂ ਤੱਕ ਥੋੜ੍ਹਾ ਜਿਹਾ ਡਿਲੇ ਹੋ ਚੁੱਕਿਆ ਸੀਗਾ, ਕਿਉਂਕਿ ਕਹਿ ਲਓ ਇੱਕ ਐਪ ਹੈ ਜੀ, ਉਹਦੇ ਵਿੱਚ ਜਿੰਨੇ ਵੀ ਡਰਾਈਵਰਸ ਨੇ ਸਾਡੇ ਸਾਰੇ ਟ੍ਰਾਂਜੈਕਸ਼ਨਸ ਕਰਦੇ ਨੇ। ਹੁਣ ਮੈਂ ਇਹ ਤਾਂ ਹੈ ਨਹੀਂ ਕਿ ਮੈਂ ਉਹ ਐਪ 'ਤੇ ਬੈਠਾ ਰਹਾਂ ਸਾਰੀਆਂ ਟ੍ਰਾਂਜੈਕਸ਼ਨਸ ਮੋਨੀਟਰ ਕਰਾਂ, ਨਾ ਹੀ ਪਹਿਲਾਂ ਹੋਇਆ ਜੀ ਇਹ ਤਾਂ ਕਦੀ। ਅੱਛਾ, ਤੁਸੀਂ ਵੈਕਸ ਨੂੰ ਕੰਪਲੇਂਟ ਕੀਤੀ? ਹਾਂਜੀ। ਫਿਰ ਉਸ ਤੋਂ ਬਾਅਦ ਤੁਸੀਂ ਐਸਓ ਨੂੰ ਕੰਪਲੇਂਟ ਕੀਤੀ, ਕੋਈ ਸੁਣਵਾਈ ਨਹੀਂ ਹੋਈ? ਕਿਉਂਕਿ ਜਦੋਂ ਹੁੰਦਾ ਹੈ ਨਾ ਵਾਕਿਆ, ਉਦੋਂ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਹੜੇ ਨੰਬਰ 'ਤੇ ਕਾਲ ਕਰਨੀ ਹੈ। ਮੈਂ ਨੋਨ ਐਮਰਜੈਂਸੀ ਸੇਵ ਸੀਗਾ ਅਤੇ ਮੈਂ ਸਰੀ ਨੂੰ ਪਹਿਲਾਂ ਰਿਪੋਰਟ ਕੀਤਾ ਸੀ। ਮੈਂ ਕਿਹਾ ਚਲੋ ਇਹ ਐਗਜ਼ਿਸਟਿੰਗ ਕੇਸ ਹੈ, ਮੈਂ ਕਾਲ ਕਰ ਲੈਣਾ ਉਹਦੇ ਬਿਹਾਫ 'ਤੇ। ਅਤੇ ਸਿਸਟਮ ਆਪਣਾ ਇੰਨਾ ਕੁ ਉਹਦੇ 'ਚ ਲੂਪਸ ਨੇ ਕਿ ਮੈਂ ਕਾਲ ਕਰਦਾ, ਆਪਰੇਟਰ ਨੇ ਇਹ ਤੱਕ ਨਹੀਂ ਕਿਹਾ ਕਿ ਐਮਰਜੈਂਸੀ ਹੈ ਜਾਂ ਨੋਨ ਐਮਰਜੈਂਸੀ ਹੈ। ਉਹਨਾਂ ਨੇ ਮਤਲਬ ਉਹ ਚੀਜ਼ ਨੂੰ ਤਾਂ ਕੀ ਮੱਦੇ ਨਜ਼ਰ ਰੱਖਣਾ। ਉਹਨਾਂ ਨੇ ਕਿਹਾ ਜੀ ਡੈਲਟਾ 'ਚ ਹੋ ਰਹੀ ਹੈ ਚੋਰੀ, ਤੁਸੀਂ ਡੈਲਟਾ RCM ਮਤਲਬ ਡੈਲਟਾ ਪੁਲਿਸ ਨੂੰ ਕਾਲ ਕਰੋ। ਮੈਂ ਕਿਹਾ ਜੀ ਚਲੋ ਠੀਕ ਹੈ, ਮੈਂ ਡੈਲਟਾ ਪੁਲਿਸ ਨੂੰ ਕਾਲ ਕਰ ਲਈ। ਇੱਕ ਦਿਨ ਦਾ ਵਾਕਿਆ ਦੱਸ ਰਿਹਾ। ਜਦੋਂ ਮੈਂ ਡੈਲਟਾ ਪੁਲਿਸ ਨੂੰ ਕਾਲ ਕਰਦਾ, ਉਹ ਕੀ ਕਹਿੰਦੇ ਆ ਜੀ, ਉਹ ਕਹਿੰਦੇ ਜੀ ਤੁਸੀਂ ਸਰੀ ਦੇ ਰਹਿਣ ਵਾਲੇ ਹੋ, ਤੁਸੀਂ ਸਰੀ ਵਾਪਸ ਕਾਲ ਕਰੋ। ਮੈਂ ਕਿਹਾ ਚਲੋ ਠੀਕ ਹੈ ਜੀ, ਸਰੀ ਕਰ ਲੈਂਦੇ ਹਾਂ। ਇਹ ਕਰਦੇ ਕਰਾਉਂਦੇ ਜੀ 40 ਤੋਂ 45 ਮਿੰਟ ਬੀਤ ਗਏ, ਅਤੇ ਉਹ 6 ਮਿੰਟ ਦੇ ਵਿੱਚ ਉਹਨਾਂ ਨੇ ਚੋਰੀ ਕਰਨੀ ਸੀਗੀ। ਜਿਵੇਂ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹ ਡਿਕਲਾਈਨ ਹੋ ਗਈ, ਕਿਉਂਕਿ ਇੱਕ ਸਮਾਂ ਐਸਾ ਆਇਆ ਮੈਨੂੰ ਅਕਾਊਂਟ ਹੀ ਟਰਮੀਨੇਟ ਕਰਨਾ ਪਿਆ, ਕਿਉਂਕਿ ਇਹ ਹੱਦੋਂ ਵੱਧ ਹੋ ਰਿਹਾ ਸੀ ਅਤੇ ਰੁਕ ਨਹੀਂ ਰਿਹਾ ਸੀ। 2 ਵਾਰ RCMP ਨੂੰ ਮੈਂ ਰਿਪੋਰਟ ਕੀਤਾ ਜੀ, ਦੋਨੋਂ ਵਾਰੀ ਲਾਈਵ ਹੋ ਰਹੀ ਹੈ ਚੋਰੀ। ਮੈਂ RCMP ਨੂੰ ਕਾਲ ਕਰਦਾ ਹਾਂ, ਰਾਦਰ ਦੈਨ ਹੈਲਪਿੰਗ ਮੀ, ਐਗਜ਼ਿਸਟਿੰਗ ਕੇਸ ਹੈ, 3-4 ਸਿਟੀਜ਼ 'ਚ ਇਕੱਠਾ ਹੋ ਰਿਹਾ। ਮੈਂ ਤਾਂ ਉਹੀ ਸਿਟੀ ਨੂੰ ਕਾਲ ਕਰ ਰਿਹਾ ਜਿੱਥੇ ਮੈਂ ਰਹਿੰਦਾ, ਜਿੱਥੇ ਦਾ ਮੈਂ ਨਾਗਰਿਕ ਹਾਂ ਅਤੇ ਜਿੱਥੇ ਮੈਂ ਪਹਿਲਾਂ ਇਨੀਸ਼ੀਅਲ ਰਿਪੋਰਟ ਕੀਤੀ ਹੈ। The Harjinder Singh Show। ਅੱਜ ਕੱਲ੍ਹ ਦੀ ਟੈਕਨੋਲੋਜੀ ਦੇ ਬਹੁਤ ਫਾਇਦੇ ਪਹੁੰਚ ਰਹੇ ਨੇ, ਉੱਥੇ ਹੀ ਇਲੈਕਟ੍ਰੋਨਿਕ ਐਡਵਾਂਸਮੈਂਟ ਦੇ ਦਿਨਾਂ ਦੇ ਵਿੱਚ ਇਹਦੇ ਨੁਕਸਾਨ ਵੀ ਹੋ ਰਹੇ ਹਨ। ਨੁਕਸਾਨ ਦੇ ਵਿੱਚੋਂ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਰਿਹਾ ਸੀ ਕਿ ਹੁਣ ਡਾਕੂ 12 ਬੋਰ ਦੀਆਂ ਬੰਦੂਕਾਂ ਪਾ ਕੇ ਤੇ ਕਾਲੇ ਟਿੱਕੇ ਲਾ ਕੇ ਘੋੜਿਆਂ 'ਤੇ ਚੜ੍ਹ ਕੇ ਨਹੀਂ ਆਉਂਦੇ। ਹੁਣ ਤਾਂ ਉਹ ਆਪਣੀਆਂ ਬੇਸਮੈਂਟਾਂ 'ਚ ਬੈਠੇ, ਆਪਣੇ ਘਰਾਂ 'ਚ ਬੈਠੇ, ਆਪਣੇ ਦਫ਼ਤਰਾਂ ਦੇ ਵਿੱਚੋਂ ਹੀ ਲੈਪਟਾਪ 'ਤੇ ਤੁਹਾਨੂੰ ਲੁੱਟ ਲੈਂਦੇ ਨੇ। ਲੁੱਟਦੇ ਵੀ ਇਸ ਤਰੀਕੇ ਨਾਲ ਨੇ ਕਿ ਤੁਸੀਂ ਕੰਟਰੋਲ ਨਹੀਂ ਕਰ ਸਕਦੇ। ਉਹਨਾਂ ਦਾ ਮੁਕਾਬਲਾ ਕਰਨ ਲਈ ਤੁਹਾਨੂੰ ਇਹ ਨਹੀਂ ਕਿ ਸਾਹਮਣੇ ਕੋਈ ਬੰਦਾ ਘੋੜੇ 'ਤੇ ਬੈਠਾ ਤੁਸੀਂ ਵੀ ਉਸ ਨਾਲ ਮੁਕਾਬਲਾ ਕਰ ਸਕਦੇ ਹੋ, ਗੋਲੀ ਚਲਾ ਸਕਦੇ ਹੋ। ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੌਣ ਤੁਹਾਨੂੰ ਲੁੱਟ ਰਿਹਾ ਹੈ। ਔਰ ਉਸ ਨੂੰ ਫੜਨ ਲਈ ਪੁਲਿਸ ਕੋਲੇ ਹਾਲੇ ਇੰਨੇ ਟੂਲ ਨਹੀਂ ਹਨ। ਮਾਫ਼ ਕਰਨਾ, ਸਾਈਬਰ ਫਰਾਡ ਆ ਜਿਹੜਾ, ਉਸ ਨੂੰ ਹੈਂਡਲ ਕਰਨ ਦੇ ਯਤਨ ਹੋ ਰਹੇ ਨੇ। ਕਾਫੀ ਉਹਨਾਂ ਨੇ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ, ਲੇਕਿਨ ਅੱਜ ਇੱਕ ਜ਼ਿੰਦਾ ਮਿਸਾਲ ਹੈ ਸਮਾਲ ਬਿਜ਼ਨਸਮੈਨ ਦੀ, ਇੱਕ ਟ੍ਰੈਜਡੀ ਹੈ। ਕਿਸ ਤਰੀਕੇ ਨਾਲ ਇੱਕ ਸਾਈਬਰ ਫਰਾਡ ਦੇ ਕੁਛ ਕੁ ਚੋਰਾਂ ਨੇ ਜਾਂ ਡਾਕੂਆਂ ਨੇ ਉਹਨਾਂ ਦਾ ਬਿਜ਼ਨਸ ਜਿਹੜਾ ਤਕਰੀਬਨ ਠੱਪ ਕਰਵਾ ਦਿੱਤਾ ਹੈ। ਜਸਕਰਨ ਸਿੰਘ ਮੇਰੇ ਨਾਲ ਨੇ, ਜਿਹਨੇ ਇਸ ਗੱਲ ਤੋਂ ਪੀੜਤ ਹੋਏ ਨੇ। ਸਾਈਬਰ ਫਰਾਡ ਲਈ ਖਾਸ ਤੌਰ 'ਤੇ ਹੋਰ ਬਿਜ਼ਨਸਿਸ ਜਿਹੜੇ ਨੇ ਕਾਰਡ ਯੂਜ਼ ਕਰਦੇ ਨੇ, ਜਾਂ ਕਾਰਡ ਉਹ ਕਿਤੇ ਯੂਜ਼ ਕਰਦੇ ਨੇ ਜਾਂ ਤੁਸੀਂ ਆਪਣਾ ਕਾਰਡ ਕਿਸੇ ਨੂੰ ਦਿੰਦੇ ਹੋ। ਉਹ ਕਾਰਡਸ ਜਿਹੜੇ ਨੇ, ਬਿਜ਼ਨਸ ਕਾਰਡਸ ਨੇ ਜਾਂ ਕ੍ਰੈਡਿਟ ਕਾਰਡਸ ਨੇ, ਜਿਹੜੇ ਬਿਜ਼ਨਸ ਕਰਨ ਵਾਲੇ ਕ੍ਰੈਡਿਟ ਕਾਰਡਸ ਨੇ, ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਵਾਲੇ, ਉਹ ਕਿਸ ਤਰੀਕੇ ਨਾਲ ਚੋਰੀ ਹੋ ਸਕਦੇ ਨੇ ਜਾਂ ਉਹਨਾਂ ਦਾ ਇਨਫੋਰਮੇਸ਼ਨ ਚੋਰੀ ਹੋ ਸਕਦੀ ਹੈ ਅਤੇ ਤੁਹਾਨੂੰ ਕਿੰਨਾ ਨੁਕਸਾਨ ਪਹੁੰਚਾ ਸਕਦੀ ਹੈ। ਜਸਕਰਨ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਥਿੰਦ ਸਾਹਿਬ, ਥੈਂਕ ਯੂ ਜੀ ਮੰਚ ਦੇਣ ਲਈ। ਪਹਿਲਾਂ ਤਾਂ ਆਪਣਾ ਇੰਟਰੋਡਿਊਸ ਕਰਾਓ, ਤੁਸੀਂ ਕੀ ਬਿਜ਼ਨਸ ਕਰਦੇ ਹੋ? ਹਾਂਜੀ, ਮੈਂ ਜੀ ਸਰੀ ਦਾ ਰਹਿਣ ਵਾਲਾ ਵਸਨੀਕ ਹਾਂ ਅਤੇ ਮੇਰੇ ਬਿਜ਼ਨਸ ਦਾ ਨਾਮ TCP ਸਿੰਪਲ ਟੈਕਨੋਲੋਜੀਜ਼ ਆ। ਅਸੀਂ ਡੀਲ ਕਰਦੇ ਹਾਂ ਜੀ ਡਿਲੀਵਰੀ ਸੈਕਟਰ ਦੇ ਨਾਲ ਅਤੇ ਟੈਲੀਕਮਿਊਨੀਕੇਸ਼ਨਸ।
ਸੋ ਡਿਲੀਵਰੀ ਪਰਸਪੈਕਟਿਵ ਤੋਂ ਦੇਖਿਆ ਜਾਵੇ ਜੀ, ਸਾਡੇ ਕੰਟਰੈਕਟਸ ਨੇ ਪਿਓਰਲੇਟਰ, UPS ਵਰਗੀਆਂ ਕੰਪਨੀਆਂ ਦੇ ਨਾਲ, ਤੇ ਟੈਲੀਕਮਿਊਨੀਕੇਸ਼ਨਸ 'ਚ ਅਸੀਂ ਟੈਲਸ ਦੇ ਕੰਟਰੈਕਟਰਸ ਹਾਂ। ਡਿਲੀਵਰੀ ਪਰਸਪੈਕਟਿਵ ਤੋਂ ਹੁਣੇ ਪਿੱਛੇ ਜੇ ਸਾਡੇ ਨਾਲ ਵਾਕਿਆ ਹੋਇਆ, ਜਿਹਦੇ ਵਿੱਚ ਜਿਵੇਂ ਅਸੀਂ ਆਪਣੇ EMPLOYEES ਨੂੰ ਫਿਊਲ ਕਾਰਡਸ ਪ੍ਰੋਵਾਈਡ ਕਰਦੇ ਹਾਂ। ਕਿੰਨੀਆਂ ਕੁ ਵੈਨਸ ਪਹਿਲਾਂ ਕੰਮ ਕਰਦੀਆਂ ਸੀ ਜਦੋਂ ਬਿਜ਼ਨਸ ਤੁਹਾਡਾ ਪੂਰਾ ਚੱਲਦਾ ਸੀ? ਅਸੀਂ ਜੀ ਪੀਕ ਸੀਜ਼ਨ ਦੇ ਵਿੱਚ ਅਰਾਊਂਡ 25 ਤੋਂ 30 ਗੱਡੀਆਂ ਚਲਾਉਂਦੇ ਹਾਂ। ਓਕੇ, ਤੁਹਾਡੇ 30 EMPLOYE ਨੇ, 25 ਤੋਂ 30 EMPLOYE? ਹਾਂਜੀ ਹਾਂਜੀ। ਅੱਛਾ, ਫਿਰ ਕੀ ਹੋਇਆ? ਸੋ ਜਦੋਂ ਪੀਕ ਆਉਂਦਾ ਆ ਤੇ ਆਪਾਂ ਕੰਟਰੈਕਟਰਸ ਵੀ ਹਾਇਰ ਕਰੀਦੇ ਆ, ਸੋ 50 ਤੋਂ 60 ਚਲੇ ਜਾਂਦੇ ਆ, ਹੈ ਨਾ। ਤੇ ਰੀਸੈਂਟਲੀ ਕੀ ਹੋਇਆ ਜੀ, ਫੈਬ ਦੇ ਐਂਡ ਦੇ ਵਿੱਚ, ਫੈਬ 26 ਨੂੰ ਪਹਿਲੀ ਵਾਰ ਇਹ ਘਟਨਾ ਘਟੀ ਜਦੋਂ ਸਾਡੇ ਕਾਰਡ 'ਤੇ ਕੁਛ ਫਰੋਡੂਲੈਂਟ ਐਕਟੀਵਿਟੀ ਨੋਟਿਸ ਕੀਤੀ ਅਸੀਂ। ਮੈਨੂੰ ਇਸ ਕਰਕੇ ਖਬਰ ਹੋ ਗਈ ਕਿ ਮੈਨੂੰ ਨੋਟੀਫਿਕੇਸ਼ਨਸ ਆਉਂਦੀਆਂ ਰਹਿੰਦੀਆਂ ਨੇ। ਜਦੋਂ ਵੀ ਐਪ 'ਤੇ ਕੋਈ ਟ੍ਰਾਂਜੈਕਸ਼ਨ ਹੁੰਦੀ ਆ, ਮੈਨੂੰ ਨੋਟੀਫਿਕੇਸ਼ਨ ਆ ਜਾਂਦੀ ਆ। ਸੋ 26 ਨੂੰ ਤਾਂ ਨਹੀਂ ਇੰਨਾ ਜੀ ਪਤਾ ਚੱਲਿਆ, ਖੈਰ 27 ਨੂੰ ਮੈਨੂੰ ਜਦੋਂ ਟ੍ਰਾਂਜੈਕਸ਼ਨਸ ਦੀ ਰਿਪੋਰਟ ਆਈ, ਜਾਂ ਫਿਰ ਕਹਿ ਲਓ ਇੱਕ ਫੇਕ ਟ੍ਰਾਂਜੈਕਸ਼ਨ ਜਦੋਂ ਟ੍ਰਿਗਰ ਹੋਈ, ਅਤੇ ਮੈਨੂੰ ਵਾਰਨਿੰਗ ਅਲਰਟ ਆ ਗਿਆ ਐਪ ਵੱਲੋਂ। ਉੱਥੇ ਸੀਗਾ ਜੀ ਡਰਾਈਵਰ IDs ਕ੍ਰੀਏਟ ਕਰਦੇ ਹਾਂ ਜਿਵੇਂ ਅਸੀਂ ਆਪਣੇ ਪਲੇਟਫਾਰਮ 'ਤੇ। ਸੋ ਸਾਰੇ ਜਿਹੜੇ 30 ਦੇ 30 ਜਾਂ 25 ਡਰਾਈਵਰ ਨੇ, ਉਹਨਾਂ ਨੂੰ ਤੁਸੀਂ ਕਾਰਡ ਦਿੱਤੇ ਹੋਏ ਨੇ? ਕਰੈਕਟ। ਵੀ ਤੂੰ ਆਪਣੀ ਗੈਸ ਪਵਾ ਲਿਆ ਕਰੋ। ਹਾਂਜੀ, ਜਿਹੜੇ ਵੀ ਮੁਲਾਜ਼ਮ ਜਿਹੜਾ ਖਰਚਾ ਉਹ ਕਰ ਲਿਆ ਕਰੋ। ਹਾਂਜੀ, ਤਾਂ ਕਿ ਉਹਨਾਂ ਦੀ ਪਾਕਟ 'ਚੋਂ ਖਰਚਾ ਨਾ ਹੋਵੇ, ਤੇ ਇੱਕ ਸਿਸਟਮ ਜਿਹਾ ਬਣਿਆ ਰਹਿੰਦਾ ਜੀ। ਜਿਵੇਂ ਵੀ ਟਰੈਂਡ ਆ ਇੱਥੇ, ਹੈ ਨਾ, ਕੰਪਨੀਜ਼ ਕੰਮ ਕਰਦੀਆਂ ਨੇ, ਉਵੇਂ ਅਸੀਂ ਕਰਦੇ ਹਾਂ। ਠੀਕ। ਸੋ ਉਹਦੇ ਵਿੱਚ ਇਹ ਹੁੰਦਾ ਹੈ ਕਿ ਅਸੀਂ ਫਿਊਲ ਕਾਰਡ ਪ੍ਰੋਵਾਈਡ ਕਰਦੇ ਹਾਂ। ਬੇਸਿਕਲੀ ਇੱਕ ਕ੍ਰੈਡਿਟ ਹੁੰਦਾ ਜੋ ਕੰਪਨੀ ਸਾਨੂੰ ਦਿੰਦੀ ਆ। ਸੋ ਜਦੋਂ ਸਟਾਰਟ ਕੀਤਾ ਸੀ ਜੀ, 9000 ਤੋਂ ਸਟਾਰਟ ਕੀਤਾ ਸੀ ਉਹ ਕ੍ਰੈਡਿਟ, ਕਿਉਂਕਿ ਮੈਂ ਨਵਾਂ ਸੀਗਾ ਇਸ ਬਿਜ਼ਨਸ ਦੇ ਵਿੱਚ, ਅਤੇ ਅੱਜ ਹੁਣ ਆਲਮੋਸਟ 100,000 ਤੇ ਆ ਉਹ ਕ੍ਰੈਡਿਟ ਲਾਈਨ। ਉਹ ਇੱਕੋ ਹੀ ਆਇਲ ਕੰਪਨੀ ਨਾਲ ਆ ਕਿ ਵੱਖ-ਵੱਖ ਗੈਸ ਸਟੇਸ਼ਨਾਂ ਨਾਲ? ਅਸੀਂ ਜੀ ਐਸਓ ਨਾਲ ਡੀਲ ਕਰਦੇ ਹਾਂ, ਅਤੇ ਐਸਓ ਦੇ ਹੈੱਡਕੁਆਟਰਸ ਨੇ, ਆਈ ਬਿਲੀਵ, ਜਿੰਨਾ ਕੁ ਮੈਨੂੰ ਆ ਸਾਰੇ ਕੁਛ ਦੇ ਵਿੱਚੋਂ ਪਤਾ ਚੱਲਿਆ, ਕਿ ਉਹ ਹੈੱਡਕੁਆਟਰਸ ਨੇ US ਦੇ ਵਿੱਚ। ਅਸੀਂ ਇੱਕ ਕੰਪਨੀ ਹੈਗੀ ਆ ਵੈਕਸ, ਜਿਹਦੇ ਨਾਲ ਡੀਲ ਕਰਦੇ ਹਾਂ। ਸੋ ਆਈ ਗੈਸ ਇੱਕ ਮੀਡੀਏਟਰ ਨੇ ਜੋ ਕਾਰਡ ਪ੍ਰੋਵਾਈਡ ਕਰਦੇ ਨੇ, ਜਾਂ ਵਿੱਚ ਐਜ਼ ਬੈਂਕਰ ਖੜੇ ਨੇ। ਸੋ ਉਹ ਸਾਨੂੰ ਕ੍ਰੈਡਿਟ ਦਿੰਦੇ ਨੇ, ਅਤੇ ਅੱਗੇ ਐਸਓ ਜੋ ਵੀ ਚਾਰਜਸ ਉਹਨਾਂ ਨੂੰ ਭੇਜਦਾ, ਉਹ ਪੋਸਟ ਹੁੰਦੇ ਆ ਉੱਥੇ, ਅਤੇ ਫਿਰ ਅਸੀਂ ਵੈਕਸ ਨੂੰ ਪੇ ਕਰਦੇ ਹਾਂ। ਜਦ ਤੁਹਾਨੂੰ ਪਤਾ ਲੱਗਿਆ ਫਰਵਰੀ ਦੇ ਵਿੱਚ ਹਾਂਜੀ ਕਿ ਕੋਈ ਫਰਾਡ ਹੋ ਗਿਆ, ਤੁਸੀਂ ਕੀ ਕੀਤਾ ਫਿਰ? ਸਭ ਤੋਂ ਪਹਿਲੀ ਕਾਲ ਜੀ ਮੈਂ ਲਾਈ ਐਸਓ ਵਾਲਿਆਂ ਨੂੰ, ਜੋ ਕਿ ਵਿਚਲੀ ਕੰਪਨੀ ਵੈਕਸ ਹੈ, ਉਹਨਾਂ ਨੂੰ ਕਾਲ ਲਾਈ ਮੈਂ। ਉਹਨਾਂ ਦੀ ਆਈ ਗੈਸ ਸ਼ਾਮ ਦੀ ਜਿਹੜੀ ਸਰਵਿਸ ਹੁੰਦੀ ਹੈ, ਉਹ ਇੰਨੀ ਕੋਈ ਇਫੈਕਟਿਵ ਨਹੀਂ ਹੈਗੀ। ਜਦੋਂ ਮੈਂ ਕਾਲ ਲਾਈ ਅਤੇ ਉਹਨਾਂ ਵੱਲੋਂ ਨਾ ਮਾਤਰ ਰਿਸਪੌਂਸ ਸੀਗਾ, ਅਤੇ ਫਿਰ ਮੈਂ ਇਮੀਡੀਏਟਲੀ RCMP ਨੋਨ ਐਮਰਜੈਂਸੀ ਰਿਪੋਰਟ ਕੀਤਾ, ਕਿਉਂਕਿ ਘਟਨਾ ਉਸ ਵੇਲੇ ਘਟ ਨਹੀਂ ਰਹੀ ਸੀ, ਘਟ ਚੁੱਕੀ ਸੀ। ਸੋ ਕਿਸੇ ਨੇ ਤੁਹਾਡੇ ਇੱਕ ਡਰਾਈਵਰ ਦੇ ਕਾਰਡ ਤੋਂ? ਹਾਂਜੀ, ਐਕਚੁਅਲੀ ਕੀ ਹੋਇਆ ਜੀ, ਹਾਂਜੀ, ਸੋ ਹੋਇਆ ਇਹ ਜੀ, ਮੈਂ ਜਦੋਂ ਲੌਗਇਨ ਕਰਕੇ ਦੇਖਿਆ, ਉਦੋਂ ਤੱਕ ਥੋੜ੍ਹਾ ਜਿਹਾ ਡਿਲੇ ਹੋ ਚੁੱਕਿਆ ਸੀਗਾ, ਕਿਉਂਕਿ ਕਹਿ ਲਓ ਇੱਕ ਐਪ ਹੈ ਜੀ, ਉਹਦੇ ਵਿੱਚ ਜਿੰਨੇ ਵੀ ਡਰਾਈਵਰਸ ਨੇ ਸਾਡੇ, ਸਾਰੇ ਟ੍ਰਾਂਜੈਕਸ਼ਨਸ ਕਰਦੇ ਨੇ। ਹੁਣ ਮੈਂ ਇਹ ਤਾਂ ਹੈ ਨਹੀਂ ਕਿ ਮੈਂ ਉਹ ਐਪ 'ਤੇ ਬੈਠਾ ਰਹਾਂ, ਸਾਰੀਆਂ ਟ੍ਰਾਂਜੈਕਸ਼ਨਸ ਮੋਨੀਟਰ ਕਰਾਂ, ਨਾ ਹੀ ਪਹਿਲਾਂ ਹੋਇਆ ਜੀ ਇੱਦਾਂ ਕਦੀ। ਸੋ ਉੱਥੇ ਕੀ ਹੋਇਆ ਜੀ, ਨਵੀਆਂ ਡਰਾਈਵਰ IDs ਬਣ ਗਈਆਂ, ਨਵੇਂ ਨਾਮ ਮੈਨੂੰ ਦਿਸਣ ਲੱਗੇ ਐਪ ਦੇ ਵਿੱਚ, ਜਿਹੜੇ ਕਿ EMPLOYE ਹੈ ਨਹੀਂ, ਜਿਹੜੇ EMPLOYE ਹੈ ਨਹੀਂ, ਨਾ ਸੀਗੇ ਕਦੀ। ਅਤੇ ਉਸ ਤੋਂ ਬਾਅਦ ਜੀ ਮੈਂ ਟ੍ਰਾਂਜੈਕਸ਼ਨਸ ਵੀ ਅਨਯੂਜੂਅਲ ਅਮਾਊਂਟਸ ਦੀਆਂ ਦੇਖੀਆਂ, $400 ਦੀਆਂ। ਮੈਂ ਆਪਣਾ ਅਕਾਊਂਟ ਇੱਕ ਟੈਸਟ ਅਕਾਊਂਟ ਵਜੋਂ ਕ੍ਰੀਏਟ ਕੀਤਾ ਸੀ ਐਪ ਦੇ ਵਿੱਚ, ਪਰ ਉਹ ਮੈਂ ਬੇਅਰਲੀ ਯੂਜ਼ ਕੀਤਾ ਕਦੀ। ਮੈਨੂੰ ਲੱਗਦਾ ਅੱਜ ਤੱਕ ਮੈਂ ਗਿਣ ਕੇ 2 ਜਾਂ 3 ਵਾਰ ਵਰਤਿਆ। ਉਹ ਯੂਜ਼ ਹੋਣ ਲੱਗ ਪਿਆ? ਉਹ ਯੂਜ਼ ਹੋਣ ਲੱਗਿਆ, ਜਿਸ ਤੋਂ ਕਿ ਮੈਨੂੰ ਟ੍ਰਿਗਰ ਹੋਇਆ ਐਕਚੁਅਲੀ, ਹੈ ਨਾ, ਕਿਉਂਕਿ ਉੱਤੇ ਟ੍ਰਾਂਜੈਕਸ਼ਨਸ ਖਾਸੀਆਂ ਹੋਣ ਲੱਗ ਗਈਆਂ। ਜਿਹੜੇ ਡਰਾਈਵਰਸ ਮੈਂ ਇਨਐਕਟਿਵ ਕੀਤੇ ਸੀਗੇ ਐਪ ਦੇ ਵਿੱਚ, ਉਹ ਵੀ ਉੱਥੇ ਸ਼ੋ ਹੋਣ ਲੱਗੇ। ਮੈਂ ਕਿਹਾ ਇਹ ਕਿਵੇਂ ਹੋ ਗਿਆ? ਪਰ ਜਿਹੜਾ ਘਸਿਆ ਪਿਟਿਆ ਤਰੀਕਾ ਇੱਕ ਇਹ ਆ ਵੀ ਕ੍ਰੈਡਿਟ ਕਾਰਡ ਤੁਸੀਂ ਦਿੰਦੇ ਹੋ ਕਿਸੇ ਨੂੰ, ਹਾਂਜੀ, ਉਹਨਾਂ ਕੋਲ ਥੱਲੇ ਮਸ਼ੀਨ ਰੱਖੀ ਹੁੰਦੀ ਆ, ਉਹਦੇ 'ਚੋਂ ਘਸਾ ਲੈਂਦੇ ਨੇ। ਕਰੈਕਟ। ਸਟ੍ਰਿਪ 'ਤੇ ਜਿਹੜੀ ਇਨਫੋਰਮੇਸ਼ਨ ਹੁੰਦੀ ਉਹ ਚਲੀ ਜਾਂਦੀ, ਉਹ ਤੋਂ ਕਿਸੇ ਹੋਰ ਕਾਰਡ 'ਤੇ ਕਾਪੀ ਕਰ ਲੈਂਦੇ। ਬਿਲਕੁਲ ਜੀ, ਮੇਰਾ ਵੀ ਮੰਨਣਾ ਸਿਸਟਮ, ਹਾਂਜੀ, ਮੇਰਾ ਵੀ ਮੰਨਣਾ ਇਹੀ ਸੀ, ਪਰ ਇਹਦੇ ਵਿੱਚ ਨਾ ਤਾਂ ਟੈਪ ਚੱਲਦਾ ਜੀ, ਨਵਾਂ ਸਿਸਟਮ ਹੈ। ਕਾਰਪੋਰੇਟ ਕਾਰਡਸ ਨੇ, ਹੈ ਨਾ। ਸੋ ਕਾਰਪੋਰੇਟ ਕਾਰਡ 'ਚ ਕੀ ਹੁੰਦਾ, ਤੁਸੀਂ ਓਡੋਮੀਟਰ ਰੇਟਿੰਗ ਪਾਉਣੀ ਹੁੰਦੀ ਆ, ਅਤੇ ਡਰਾਈਵਰ ID ਪਾਉਣੀ ਹੁੰਦੀ ਆ। ਡਰਾਈਵਰ ID ਇਜ਼ ਵੈਰੀ ਯੂਨੀਕ। ਉਹ ਜਾਂ ਡਰਾਈਵਰ ਨੂੰ ਪਤਾ ਹੈ, ਜਾਂ ਤੁਹਾਨੂੰ ਪਤਾ ਹੈ ਐਜ਼ ਐਡਮਿਨ। ਸੋ ਉਹ ਤੀਜੇ ਬੰਦੇ ਕੋਲ ਜਾਣਾ,
ਉਹ ਵੀ ਅਨਯੂਜੂਅਲ ਸੀ ਮੇਰੇ ਲਈ। ਅਤੇ ਮੈਂ ਖਾਸ ਇਸ ਗੱਲ ਦਾ ਧਿਆਨ ਰੱਖਦਾ ਜਦੋਂ ਵੀ ਮੈਂ ਇੱਕ ਡਰਾਈਵਰ ਆਈਡੀ ਇਸ਼ੂ ਕਰਦਾ ਹਾਂ, ਮੈਂ ਡਰਾਈਵਰ ਨੂੰ ਹਮੇਸ਼ਾ ਇੱਕ ਨੋਟ ਨਾਲ ਭੇਜਦਾ ਕਿ ਪਲੀਜ਼ ਕੀਪ ਇਟ ਕੌਨਫੀਡੈਂਸ਼ੀਅਲ। ਠੀਕ ਹੈ ਜੀ, ਉਹਦੇ ਵਿੱਚੋਂ ਵੀ ਹੋ ਸਕਦਾ ਹੈ ਕਿ ਇੱਕ ਅੱਧਾ ਡਰਾਈਵਰ ਕੋਈ ਆਪਣੇ ਨਾਲ ਦੇ ਬੰਦੇ ਨੂੰ ਦੱਸ ਦੇ ਜਾਂ ਕਿਵੇਂ ਵੀ ਹੈ ਨਾ, ਪਰ ਉਹ ਟ੍ਰਾਂਜੈਕਸ਼ਨਸ ਟਰੇਸ ਹੋ ਜਾਂਦੀਆਂ ਨੇ ਪਾਸ ਦੇ ਵਿੱਚ। ਕਿਤੇ ਕਿਤੇ ਜਿਵੇਂ ਕਹਿ ਲਓ ਜਿਹੜੇ ਬੰਦੇ ਨਾਲ ਕੰਮ ਕਰਦੇ ਵੀ ਸੀਗੇ ਉਹਨਾਂ ਦੇ ਮਨ 'ਚ ਵੀ ਚੋਰ ਆ ਜਾਂਦਾ, ਸਾਡੇ ਮਨ 'ਚ ਵੀ ਆ ਜਾਂਦਾ ਹੈ ਨਾ। ਸੋ ਮਾੜਾ ਮੋਟਾ ਕਿਤੇ ਹੋਇਆ ਹੋਵੇ, ਮੈਂ ਨਾਲ ਲੱਗਦੇ ਉਹ ਉਹਨਾਂ ਦੀ ਅਟੈਂਸ਼ਨ 'ਚ ਲਿਆਂਦਾ ਅਤੇ ਉਹ ਉੱਥੇ ਕਿ ਠੱਪ ਹੋ ਗਿਆ ਸੀਗਾ ਉਹ ਕਿੱਸਾ। ਸਾਲ ਪੁਰਾਣੀ ਗੱਲ ਆ। ਪਰ ਰੀਸੈਂਟਲੀ ਜਿਵੇਂ ਜਦੋਂ ਹੋਇਆ, ਮੈਂ ਸਿਰਫ 4 ਜਾਂ 5 ਡਰਾਈਵਰ ਐਕਟਿਵ ਰੱਖੇ ਹੋਏ ਸੀਗੇ ਉਹਦੇ 'ਚ, ਅਤੇ ਜਦੋਂ ਮੈਂ 10 ਨਾਮ ਦੇਖੇ ਮੈਂ ਤਾਂ ਹੈਰਾਨ ਰਹਿ ਗਿਆ। ਸੋ ਜਿਹੜੇ ਡਰਾਈਵਰ ਪਹਿਲਾਂ ਰਹਿ ਚੁੱਕੇ ਸੀ ਉਹਨਾਂ ਦੀਆਂ ਵੀ ਆਈਡੀਜ਼ ਉਹਦੇ ਚਾਲੂ ਹੋਣ ਲੱਗ ਇੱਕ ਤਾਂ ਜੀ ਮੇਰੀ ਚੱਲ ਪਈ, ਜਿਹੜੇ ਐਗਜ਼ਿਸਟਿੰਗ ਸੀ ਕਿਉਂਕਿ ਓਬਵੀਅਸਲੀ ਉਹ ਜਿਹੜੇ ਨਾਮ ਕ੍ਰੀਏਟ ਹੋਏ ਉਹ ਤਾਂ ਹੀ ਕ੍ਰੀਏਟ ਹੋਏ ਕਿਉਂਕਿ ਐਡਮਿਨ ਐਕਸੈਸ ਕਿਸੇ ਦੇ ਹੱਥ ਲੱਗਿਆ, ਵਿਚ ਇਜ਼ ਸਟਿਲ ਮਾਈਂਡ ਬੋਗਲਿੰਗ ਕਿਉਂਕਿ ਜੋ ਮੇਰਾ ਐਕਸੈਸ ਆ ਉਹ 2 ਫੈਕਟਰ ਆਥੈਂਟੀਕੇਸ਼ਨ ਦੇ ਨਾਲ ਸਿਕਿਉਰਡ ਹੈ। ਜਦੋਂ ਵੀ ਮੈਂ ਲੌਗਇਨ ਕਰਦਾ ਜੀ ਮੈਨੂੰ ਟੈਕਸਟ ਆਉਂਦਾ, ਫਿਰ ਮੈਂ ਲੌਗਇਨ ਕਰਦਾ। ਪਰ ਬਹੁਤ ਹੀ ਅਨਯੂਜੂਅਲ ਕਿ ਉਹ ਕਿਵੇਂ ਉਹਨਾਂ ਨੂੰ ਐਕਸੈਸ ਮਿਲਿਆ, ਅਤੇ ਚਲੋ ਜੇ ਮਿਲ ਵੀ ਗਿਆ ਉਹ ਤੋਂ ਬਾਅਦ ਉਹਨਾਂ ਨੇ ਨਿਊ ਆਈਡੀਜ਼ ਕ੍ਰੀਏਟ ਕੀਤੀਆਂ ਅਤੇ ਐਗਜ਼ਿਸਟਿੰਗ ਡਰਾਈਵਰ ਜੋ ਇਸ ਵੇਲੇ ਕੰਮ ਕਰ ਰਿਹਾ ਜਿਹਦੀ ਆਈਡੀ ਐਕਟਿਵ ਹੈ ਉਹਦੇ ਨਾਮ 'ਤੇ $400 ਦੀ ਅੱਛਾ, ਟ੍ਰਾਂਜੈਕਸ਼ਨ। ਤੁਸੀਂ ਵੈਕਸ ਨੂੰ ਕੰਪਲੇਂਟ ਕੀਤੀ, ਹਾਂਜੀ, ਫਿਰ ਉਸ ਤੋਂ ਬਾਅਦ ਤੁਸੀਂ ਐਸਓ ਨੂੰ ਕੰਪਲੇਂਟ ਕੀਤੀ, ਕੋਈ ਸੁਣਵਾਈ ਨਹੀਂ ਹੋਈ? ਸੁਣਵਾਈ ਜੀ ਇੱਦਾਂ ਹੋਈ, ਪਹਿਲੇ ਦਿਨ ਮੈਂ ਐਸਓ ਨੂੰ ਕਾਲ ਕੀਤੀ, ਨੋ ਲੱਕ। RCMP ਨੂੰ ਰਿਪੋਰਟ ਕੀਤਾ ਜੀ, ਮੈਂ ਉਹਨਾਂ ਨੂੰ ਦੱਸਿਆ ਕਿਉਂਕਿ ਮੈਂ ਪੈਨਿਕ ਸਿਚੁਏਸ਼ਨ 'ਚ ਸੀਗਾ, ਮੈਨੂੰ ਸੀਗਾ ਕਿ ਹੁਣ 2-3 ਹਜ਼ਾਰ ਉਸੇ ਵੇਲੇ ਚਲੇ ਗਿਆ ਹੈ ਨਾ। ਅਤੇ ਮੈਂ ਕਿਹਾ ਵੀ ਇਹ ਕਿਵੇਂ ਹੋ ਸਕਦਾ, ਕਿਉਂਕਿ ਮੈਂ ਡਰਾਈਵਰਸ ਨੂੰ ਪੁੱਛਿਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਕਿਹਾ ਵੀ ਤੁਸੀਂ ਕੀਤੀਆਂ ਨੇ ਇਹ ਟ੍ਰਾਂਜੈਕਸ਼ਨਸ, ਅਤੇ ਉਹ ਪੋਸੀਬਲ ਨਹੀਂ ਜੀ। ਮੈਂ ਜਿਵੇਂ ਕਹਿ ਲਓ ਜਿਹੜੇ ਇੱਕ ਡਰਾਈਵਰ ਦੇ ਨਾਮ 'ਤੇ ਦੇਖੀ ਉਹ ਯੂ-ਹਾਲ ਯੂਜ਼ ਕਰਦਾ ਇਸ ਵੇਲੇ, ਕਿਉਂਕਿ ਆਪਾਂ ਵੱਡੀਆਂ ਚੀਜ਼ਾਂ ਜਦੋਂ ਮੂਵ ਕਰਦੇ ਹਾਂ ਤਾਂ ਸਾਨੂੰ ਵੱਡੇ ਟਰੱਕ ਚਾਹੀਦੇ ਹੁੰਦੇ ਆ, ਅਤੇ ਕਹਿ ਲਓ ਉਹਨੇ ਉਹ ਯੂਜ਼ ਕੀਤਾ, ਉਹ ਪਵਾਉਂਦੇ ਆ 100 ਜਾਂ 200 ਦੀ, ਅਤੇ ਮੈਂ ਲਿਮਿਟ ਵੀ 250 ਤੱਕ ਲਾਈ ਹੋਈ ਆ। ਸੋ $400 ਦੀ ਟ੍ਰਾਂਜੈਕਸ਼ਨ ਦੇਖਣਾ ਪਹਿਲਾਂ ਹੀ ਅਨਯੂਜੂਅਲ ਸੀ ਮੇਰੇ ਲਈ। ਅਤੇ ਫਿਰ ਮੈਂ ਜਦੋਂ ਕਨਫਰਮ ਕਰ ਲਿਆ, ਮੈਨੂੰ ਇਹ ਹੁੰਦਾ ਮੈਂ ਬਹੁਤ ਨਿਊਟਰਲ ਜਿਹਾ ਰਹਿਣਾ ਮੋਸਟਲੀ। ਚਲੋ ਤਾਂ ਠੀਕ ਆ। ਐਸਓ ਨੇ ਕੋਈ ਐਸਓ ਨੇ ਜੀ ਪਹਿਲਾਂ ਤਾਂ ਕੋਈ ਲੜ ਪੱਲਾ ਨਹੀਂ ਫੜਾ ਜਿਸ ਦਿਨ ਮੈਂ ਕਾਲ ਕੀਤੀ ਹੈ ਨਾ, ਕਿਉਂਕਿ ਸ਼ਾਮ ਹੋ ਚੁੱਕੀ ਸੀ, ਮੇ ਬੀ ਉਹਨਾਂ ਦੇ ਆਫਿਸ ਆਵਰਸ ਤੋਂ ਬਾਹਰ ਸੀ ਅਤੇ ਕੋਈ ਹੋਰ ਟੀਮ ਸੀਗੀ। ਜਦੋਂ ਮੈਂ RCMP ਨੂੰ ਕਾਲ ਲਾਈ, RCMP ਨੇ ਕਿਹਾ ਜੀ ਜੇ ਤਾਂ ਸਾਈਬਰ ਕ੍ਰਾਈਮ ਹੈ ਫਿਰ ਦੇਰ ਇਜ਼ ਨਥਿੰਗ ਵੀ ਕੈਨ ਡੂ, ਇੱਕ ਰਿਪੋਰਟ ਨੰਬਰ ਫੜਾ ਦਿਆਂਗੇ ਤੁਹਾਨੂੰ ਐਂਡ ਦੈਟਸ ਇਟ, ਤੁਸੀਂ ਆਪਣੀ ਕਾਰਡ ਕੰਪਨੀ ਨਾਲ ਡੀਲ ਕਰੋ। ਸਾਈਬਰ ਨੂੰ ਫੜਾਵਾਂਗੇ ਕੁਛ ਨਹੀਂ ਜੀ। ਉਸ ਤੋਂ ਬਾਅਦ ਮੈਂ ਖੁਦ ਆਪਣੇ ਬਿਹਾਫ 'ਤੇ ਰਿਸਰਚ ਕੀਤੀ, ਮੈਂ ਔਨਲਾਈਨ ਗਿਆ, ਉੱਥੇ ਮੈਂ ਦੇਖਿਆ ਜੀ ਕੋਈ ਸਾਈਬਰ ਕ੍ਰਾਈਮ ਰਿਪੋਰਟ ਕਰਨ ਵਾਲੀ ਬ੍ਰਾਂਚ ਹੈਗੀ ਆ। ਜਦੋਂ ਮੈਂ ਉਹ ਦੇਖਿਆ ਜੀ ਨੈਕਸਟ ਡੇ ਕਿ ਉਹ ਤੋਂ ਨੈਕਸਟ ਡੇ ਆਈ ਥਿੰਕ ਮੈਂ ਰਿਪੋਰਟ ਵੀ ਕਰਤਾ, ਪਰ ਉਹ ਵੈਬਸਾਈਟ 'ਤੇ ਬੜੇ ਸਾਫ਼ ਸ਼ਬਦਾਂ 'ਚ ਲਿਖਿਆ ਕਿ ਅਸੀਂ ਸਿਰਫ ਕਲੈਕਟ ਕਰਦੇ ਹਾਂ ਡਾਟਾ, ਦੇਰ ਇਜ਼ ਨਥਿੰਗ ਬਿਯੋਂਡ ਦੈਟ। ਅਸੀਂ ਆਪਣਾ ਸਪੈਸ਼ਲ ਕਰੂ ਕ੍ਰੀਏਟ ਕਰ ਰਹੇ ਹਾਂ, ਸ਼ਾਇਦ ਇਹ ਲਿਖਿਆ ਸੀਗਾ, ਪਰ ਉਹਦੇ ਇਲਾਵਾ ਕੁਛ ਨਹੀਂ। ਹਾਲੇ ਸਿਰਫ ਇੰਨਾ ਕੀ ਹੈ ਪ੍ਰੋਵੀਜ਼ਨ ਕਿ ਤੁਸੀਂ ਰਿਪੋਰਟ ਕਰ ਸਕਦੇ ਹੋ। ਉੱਥੇ 6-7 ਹਜ਼ਾਰ ਕੇਸ ਸੀਗੇ ਜਿਹੜੇ ਕਿ ਐਸੇ ਸਾਲ 'ਚ ਰਿਪੋਰਟ ਹੋਏ ਆ, ਪਰ ਉਹਨਾਂ 'ਤੇ ਕੰਮ ਕੋਈ ਹੋਇਆ ਨਹੀਂ। ਫਿਰ ਕੀ ਹੋਇਆ ਉਹਦੇ ਬਾਅਦ? ਫਿਰ ਜੀ ਮੈਂ RCMP ਨਾਲ ਰਾਬਤਾ ਕਾਇਮ ਕੀਤਾ, ਉਹਨਾਂ ਨੇ ਇੰਨਾ ਕੁ ਸੁਣਾਇਆ। ਹਾਲਾਂਕਿ ਮੈਂ ਉਹਨਾਂ ਨੂੰ ਇਹ ਵੀ ਦੱਸ ਸਕਦਾ ਸੀ ਕਿ ਬਾਈ ਜੀ ਆਹ ਗੈਸ ਸਟੇਸ਼ਨਸ ਨੇ ਜਿਨ੍ਹਾਂ 'ਤੇ ਇਹ ਕਾਰਾ ਹੋਇਆ। ਉਹਨਾਂ ਨੇ ਕਿਹਾ ਜੀ ਆਪਾਂ ਦੇਖਦੇ ਹਾਂ, ਤੁਸੀਂ ਵੀ ਆਪਣੀ ਜਗ੍ਹਾ ਕੋਈ ਨਵੀਂ ਇਨਫੋਰਮੇਸ਼ਨ ਆਈ ਤਾਂ ਦੱਸ ਦਿਓ। ਇੰਨੀ ਕੁ ਗੱਲ ਹੋਈ। ਉਹਨਾਂ ਨੇ ਇਹ ਵੀ ਨਹੀਂ ਪੁੱਛਿਆ ਕਿ ਜਿਹੜੇ ਗੈਸ ਸਟੇਸ਼ਨ 'ਤੇ ਵਾਕਿਆ ਹੋਇਆ ਉੱਤੇ ਆਪਾਂ ਆਪਣਾ ਕੋਈ ਆਫਿਸਰ ਡਿਸਪੈਚ ਕਰਕੇ ਕੋਈ ਰਿਪੋਰਟਸ ਕਢਵਾਉਂਦੇ ਹਾਂ, ਕੋਈ ਫੁਟੇਜ ਲੈਂਦੇ ਹਾਂ ਜਾਂ ਕੁਛ। ਜਦੋਂ ਤੁਸੀਂ ਪੁਲਿਸ ਤੋਂ ਬਿਆਸ ਹੋ ਗਏ ਫਿਰ ਤੁਸੀਂ ਖੁਦ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ? ਕਰੈਕਟ। ਮੈਂ ਜੀ ਜਦੋਂ 1-2 ਦਿਨ ਗੁਜ਼ਰ ਗਏ, ਮੈਂ ਇੱਕ ਲੈਂਗਲੀ ਦੇ ਐਸਓ 'ਤੇ ਹੋਈ ਸੀ ਟ੍ਰਾਂਜੈਕਸ਼ਨ ਜਿਹੜਾ ਕਿ 7-11 ਹੈ, ਅਤੇ ਮੈਂ ਉੱਥੇ ਗਿਆ, ਉੱਥੇ ਇੱਕ ਮੈਨੇਜਰ ਟੱਕਰਿਆ, ਉਹਨਾਂ ਨੇ ਮੈਨੂੰ ਵੀਡੀਓ ਫੁਟੇਜ 'ਚ ਹੈਲਪ ਕੀਤੀ। ਮੈਂ ਦੇਖਿਆ ਜੀ ਦੋ ਗੋਰੇ ਸੀਗੇ ਜਿਨ੍ਹਾਂ ਨੇ ਇੱਕ ਪਿਕਅਪ ਟਰੱਕ 'ਚ ਪੁੱਲਨ ਕੀਤਾ, ਅਤੇ ਅਸੀਂ ਉਹਦੀ ਸਾਰੀ ਇਨਫੋਰਮੇਸ਼ਨ ਵੀ ਟਰੈਕ ਕਰ ਲਈ ਹੈ ਨਾ। ਮੈਂ ਉਹਨਾਂ ਨਾਲ ਵੈਰੀਫਾਈ ਕਰ ਸਕਿਆ ਕਿ ਆਹ ਟ੍ਰਾਂਜੈਕਸ਼ਨਸ ਹੋਈਆਂ ਨੇ, ਅਤੇ ਮੈਂ ਉਹ ਟਰੱਕ ਦੀ ਇਨਫੋ ਵੀ ਨੋਟ ਕਰ ਲਈ। ਨਾਲ ਹੀ ਮੈਂ RCMP ਨੂੰ ਫਿਰ ਅਗਾਹ ਕਰਤਾ। ਉਹਨਾਂ ਨੇ ਕੀ ਕੀਤਾ ਜੀ, ਇਨਫੋਰਮੇਸ਼ਨ ਲਈ, ਅਤੇ ਜਦੋਂ ਮੈਂ ਸਾਰੀ RCMP ਨੂੰ ਕਾਲ ਕਰਾਂ ਉਹ ਕਹਿਣ ਜੀ ਇਹ ਲੈਂਗਲੀ 'ਚ ਹੋਇਆ, ਲੈਂਗਲੀ ਵੱਲੋਂ ਕਰੈਕਟ ਕਰਤਾ। ਹਾਂਜੀ, ਲੈਂਗਲੀ ਕਰ ਦਿੰਦੇ? ਮੈਂ ਲੈਂਗਲੀ ਕਰਤਾ ਜੀ। ਲੈਂਗਲੀ ਵਾਲੇ ਕਹਿੰਦੇ ਜੀ ਵੀ ਅਸੀਂ ਇਸ ਵੇਲੇ ਤਾਂ ਆਫਿਸਰ ਨਹੀਂ ਭੇਜ ਸਕਦੇ, ਪਰ ਤੁਸੀਂ ਜੇ ਆਪਣੇ ਬਿਹਾਫ 'ਤੇ ਕੁਛ ਕਰਨਾ ਹੈ ਤਾਂ ਕਰ ਆਓ, ਬਾਕੀ ਆਪਾਂ ਬਾਅਦ 'ਚ ਦੱਸ ਦਿਆਂਗੇ।
ਤੇ ਮੈਂ ਉਸੇ ਆਸ 'ਚ ਮੈਂ ਕਿਹਾ ਚਲੋ ਠੀਕ ਹੈ, ਮੇਰੇ ਕੋਲ ਟਾਈਮ ਸੀਗਾ, ਮੈਂ ਟਾਈਮ ਕੱਢਿਆ, ਮੈਂ ਘੰਟਾ 2 ਘੰਟੇ ਆਪਣੇ ਕੱਢੇ, ਉੱਥੇ ਜਾ ਕੇ ਵੀਡੀਓ ਫੁਟੇਜ ਕਿਸ ਤਰੀਕੇ ਨਾਲ ਲਈ ਤੇ ਇਨਫੋਰਮੇਸ਼ਨ ਲੈ ਕੇ ਲੈਂਗਲੀ RCMP ਨੂੰ ਰਿਪੋਰਟ ਕਰਤੀ। ਉਹ ਕਹਿੰਦੇ ਜੀ ਅਸੀਂ ਦੇਖਦੇ ਹਾਂ। ਉਹ ਦੇਖਦੇ ਆ ਜੀ, ਪਿਛਲੇ ਹਫਤੇ ਤੋਂ ਉੱਪਰ ਹੋ ਗਿਆ, ਅੱਜ ਤੱਕ ਦੇਖਣ ਵਾਲੇ ਦਾ ਮੈਨੂੰ ਨਾ ਫੋਨ ਆਇਆ, ਨਾ ਮੈਸੇਜ ਆਇਆ ਕੋਈ, ਨਾ ਈਮੇਲ ਦਾ ਰਿਸਪੌਂਸ। ਅੱਛਾ, ਤੇ ਮੈਨੂੰ ਨਹੀਂ ਪਤਾ ਕੀ ਦੇਖਦੇ ਆ। ਉਹ ਹਾਲੇ ਵੀ ਚੱਲੀ ਜਾਂਦਾ ਫਰਾਡ? ਚੱਲੀ ਜਾਂਦਾ ਜੀ। ਜਦੋਂ ਹੋ ਗਿਆ ਨਾ ਇਹ ਸਾਰਾ ਕੁਛ, ਇਹ ਤਾਂ ਪੁਰਾਣੀਆਂ ਰਿਪੋਰਟ ਸੀਗੀਆਂ। ਫਿਰ 2 ਵਾਰ ਇੱਦਾਂ ਹੋਇਆ ਜੀ, ਲਾਈਵ ਰੋਬਰੀ ਹੋ ਰਹੀ ਆ, ਮੈਂ RCMP ਨੂੰ ਕਾਲ ਕੀਤੀ ਤੇ ਮੇਰੇ ਖਿਆਲ ਨਾਲ ਮੇਰੇ ਨੰਬਰ ਦੂਜਾ ਸੇਵ ਸੀਗਾ, ਨੌਨ ਐਮਰਜੈਂਸੀ। ਮੈਨੂੰ ਪਤਾ ਨਹੀਂ ਸੀਗਾ, ਕਿਉਂਕਿ ਜਦੋਂ ਹੁੰਦਾ ਹੈ ਨਾ ਵਾਕਿਆ, ਉਦੋਂ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਹੜੇ ਨੰਬਰ 'ਤੇ ਕਾਲ ਕਰਨੀ ਹੈ। ਮੈਂ ਨੌਨ ਐਮਰਜੈਂਸੀ ਸੇਵ ਸੀਗਾ ਤੇ ਮੈਂ ਸਰੀ ਨੂੰ ਪਹਿਲਾਂ ਰਿਪੋਰਟ ਕੀਤਾ ਸੀ। ਮੈਂ ਕਿਹਾ ਚਲੋ ਇਹ ਐਗਜ਼ਿਸਟਿੰਗ ਕੇਸ ਹੈ, ਮੈਂ ਕਾਲ ਕਰ ਲੈਣਾ ਉਹਦੇ ਬਿਹਾਫ 'ਤੇ। ਤੇ ਸਿਸਟਮ ਆਪਣਾ ਇੰਨਾ ਕੁ ਉਹਦੇ 'ਚ ਲੂਪਸ ਨੇ ਕਿ ਮੈਂ ਕਾਲ ਕਰਦਾ, ਆਪਰੇਟਰ ਨੇ ਇਹ ਤੱਕ ਨਹੀਂ ਕਿਹਾ ਕਿ ਐਮਰਜੈਂਸੀ ਹੈ ਜਾਂ ਨੌਨ ਐਮਰਜੈਂਸੀ ਹੈ। ਉਹਨਾਂ ਨੇ ਮਤਲਬ ਉਹ ਚੀਜ਼ ਨੂੰ ਤਾਂ ਕੀ ਮੱਦੇ ਨਜ਼ਰ ਰੱਖਣਾ। ਉਹਨਾਂ ਨੇ ਕਿਹਾ ਜੀ ਡੈਲਟਾ 'ਚ ਹੋ ਰਹੀ ਹੈ ਚੋਰੀ, ਤੁਸੀਂ ਡੈਲਟਾ RCM ਮਤਲਬ ਡੈਲਟਾ ਪੁਲਿਸ ਨੂੰ ਕਾਲ ਕਰੋ। ਮੈਂ ਕਿਹਾ ਜੀ ਚਲੋ ਠੀਕ ਹੈ, ਮੈਂ ਡੈਲਟਾ ਪੁਲਿਸ ਨੂੰ ਕਾਲ ਕਰ ਲਈ। ਇੱਕ ਦਿਨ ਦਾ ਵਾਕਿਆ ਦੱਸ ਰਿਹਾ। ਜਦੋਂ ਮੈਂ ਡੈਲਟਾ ਪੁਲਿਸ ਨੂੰ ਕਾਲ ਕਰਦਾ, ਉਹ ਕੀ ਕਹਿੰਦੇ ਆ ਜੀ, ਉਹ ਕਹਿੰਦੇ ਜੀ ਤੁਸੀਂ ਸਰੀ ਦੇ ਰਹਿਣ ਵਾਲੇ ਹੋ, ਤੁਸੀਂ ਸਰੀ ਵਾਪਸ ਕਾਲ ਕਰੋ। ਮੈਂ ਕਿਹਾ ਚਲੋ ਠੀਕ ਹੈ ਜੀ, ਸਰੀ ਕਰ ਲੈਂਦੇ ਹਾਂ। ਇਹ ਕਰਦੇ ਕਰਾਉਂਦੇ ਜੀ 40 ਤੋਂ 45 ਮਿੰਟ ਬੀਤ ਗਏ ਤੇ ਉਹ 6 ਮਿੰਟ ਦੇ ਵਿੱਚ ਉਹਨਾਂ ਨੇ ਚੋਰੀ ਕਰਨੀ ਸੀਗੀ। ਜਿਵੇਂ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹ ਡਿਕਲਾਈਨ ਹੋ ਗਈ, ਕਿਉਂਕਿ ਇੱਕ ਸਮਾਂ ਐਸਾ ਆਇਆ ਮੈਨੂੰ ਅਕਾਊਂਟ ਹੀ ਟਰਮੀਨੇਟ ਕਰਨਾ ਪਿਆ, ਕਿਉਂਕਿ ਇਹ ਹੱਦੋਂ ਵੱਧ ਹੋ ਰਿਹਾ ਸੀ ਤੇ ਰੁਕ ਨਹੀਂ ਰਿਹਾ ਸੀ। 2 ਵਾਰ RCMP ਨੂੰ ਮੈਂ ਰਿਪੋਰਟ ਕੀਤਾ ਜੀ, ਦੋਨੋਂ ਵਾਰੀ ਲਾਈਵ ਹੋ ਰਹੀ ਹੈ ਚੋਰੀ। ਮੈਂ RCMP ਨੂੰ ਕਾਲ ਕਰਦਾ ਹਾਂ, ਰਾਦਰ ਦੈਨ ਹੈਲਪਿੰਗ ਮੀ, ਐਗਜ਼ਿਸਟਿੰਗ ਕੇਸ ਹੈ, 3-4 ਸਿਟੀਜ਼ 'ਚ ਇਕੱਠਾ ਹੋ ਰਿਹਾ। ਮੈਂ ਤਾਂ ਉਹੀ ਸਿਟੀ ਨੂੰ ਕਾਲ ਕਰ ਰਿਹਾ ਜਿੱਥੇ ਮੈਂ ਰਹਿੰਦਾ, ਜਿੱਥੇ ਦਾ ਮੈਂ ਨਾਗਰਿਕ ਹਾਂ ਤੇ ਜਿੱਥੇ ਮੈਂ ਪਹਿਲਾਂ ਇਨੀਸ਼ੀਅਲ ਰਿਪੋਰਟ ਕੀਤੀ ਹੈ। ਬਿਜ਼ਨਸ ਤੁਹਾਡਾ ਕਿੱਥੇ ਆ? ਮੇਰਾ ਸਰੀ 'ਚ ਹੀ ਹੈ ਜੀ। ਓਕੇ, ਫਿਰ? ਹਾਂਜੀ, ਸੋ ਹੈਡਕੁਆਟਰਸ ਬੇਸਿਕਲੀ ਸਾਡੇ ਸਰੀ ਨੇ ਤੇ ਮੈਂ ਲਾਈਵ ਰਿਪੋਰਟ ਕਰ ਰਿਹਾ ਜੀ, ਰਾਦਰ ਦੈਨ ਹੈਲਪਿੰਗ ਮੀ। ਉਹ ਇਹ ਕਹਿ ਰਹੇ ਨੇ ਤੁਸੀਂ ਇੱਧਰ ਜਾਓ ਜਾਂ ਉੱਧਰ ਜਾਓ। ਮੈਨੂੰ ਉਹ ਮਤਲਬ ਜੱਖਣਾ ਵੜਤੀ ਕੇਸ ਦੀ। ਬੇਸਿਕਲੀ 40 ਤੋਂ 50 ਮਿੰਟ ਉਹਨਾਂ ਨੇ ਲਾਤੇ ਇਹ ਚੱਕਰ ਦੇ ਵਿੱਚ। ਉਹਨੇ ਨੂੰ ਜੇ ਕੋਈ ਪੋਟੈਂਸ਼ੀਅਲੀ ਉਹ ਫਸ ਸਕਦਾ ਸੀ ਬੰਦਾ, ਉਹ ਫਸਿਆ ਨਹੀਂ। 7981 120 ਸਟਰੀਟ ਤੇ ਐਡਰੈਸ ਸੀ ਉਹ SO ਦਾ। ਕਿੰਨਾ ਕੁ ਦੂਰ ਸੀ ਜੀ ਸਰੀ ਤੋਂ ਤੇ ਕਿੰਨਾ ਕੁ ਦੂਰ ਸੀ ਡੈਲਟਾ ਤੋਂ, ਤੁਸੀਂ ਆਪ ਜਾਣਦੇ ਹੋ, ਭਲੀ ਭਾਂਤੀ ਜਾਣਦੇ ਹੋ ਸਾਰੇ ਜਣੇ ਆਏ ਗੈਸ ਲਿਸਨਰਸ। ਹੁਣ ਕਿੱਥੇ ਖੜੀ ਹੈ ਗੱਲ? ਹੁਣ ਗੱਲ ਇੱਥੇ ਖੜੀ ਹੈ ਜੀ, 7000 ਦਾ ਆਲਮੋਸਟ ਬਿੱਲ ਤਿਆਰ ਹੈ SO ਵੱਲੋਂ, ਤੁਹਾਨੂੰ ਪੇ ਕਰਨਾ ਪੈਣਾ, ਜਿਹੜਾ ਕਿ ਪੇ ਕਰਨਾ ਐਂਡ ਆਫ ਦਿਸ ਮੰਥ। ਤੇ ਉਹਨਾਂ ਦੀ ਲਾਸਟ ਮੈਨੂੰ ਜਦੋਂ ਮੈਂ ਡਿਸਪਿਊਟ ਫਾਰਮ ਉਹਨਾਂ ਦਾ ਭਰਿਆ ਸੀਗਾ, ਜੋ ਕਿ ਉਹਨਾਂ ਦਾ ਅਪੈਰੈਂਟਲੀ ਪ੍ਰੋਸੈਸ ਹੈ ਇੱਦਾਂ ਦੇ ਕੇਸਿਸ ਦੇ ਵਿੱਚ, ਮੈਂ ਉਹ ਭਰਿਆ ਸੀਗਾ। 2 ਫਾਰਮ ਭਰਤੇ ਕਿਉਂਕਿ 2 ਅਲੱਗ-ਅਲੱਗ ਵਾਕਿਆ ਸੀ ਜਿੱਥੇ ਜ਼ਿਆਦਾ ਵੱਡਾ ਕਾਂਡ ਹੋਇਆ। ਉਹ ਮਾਫ ਨਹੀਂ ਕਰ ਰਹੇ ਹੁਣ? ਮਾਫ ਤਾਂ ਕੀ ਕਰਨਾ ਜੀ, ਉਹ ਕਹਿੰਦੇ ਆ ਜੀ 2-3 ਮਹੀਨੇ ਅਸੀਂ ਇਨਵੈਸਟੀਗੇਟ ਕਰਾਂਗੇ, ਉਸ ਤੋਂ ਬਾਅਦ ਜੋ ਰਿਪੋਰਟ ਹੋਈ ਉਹ ਤੁਹਾਨੂੰ ਦੱਸਾਂਗੇ, ਫਿਰ ਮੇ ਵੀ ਤੁਹਾਡੇ ਮੁੜਨਗੇ, ਪਰ ਪਹਿਲਾਂ ਤੁਹਾਨੂੰ ਪੇ ਕਰਨੇ ਪੈਣੇ ਆ। ਤੇ ਉਹ ਤੋਂ ਬਾਅਦ ਮੈਂ 3 ਕੇ 4 ਵਾਰੀ ਉਹਨਾਂ ਨਾਲ ਇੰਟਰੈਕਟ ਦੁਬਾਰਾ ਕਰ ਚੁੱਕਿਆ। ਉਸੇ ਫਾਰਮ ਦੀ ਕਹਿ ਲਓ, ਮੈਂ ਈਮੇਲ ਨੂੰ ਰਿਸਪੌਂਡ ਕੀਤਾ ਇਹ ਕਹਿ ਕੇ ਕਿ ਬਾਈ ਜੀ ਪਲੀਜ਼ ਕੈਂਸਲ ਕਰ ਦਿਓ ਅਕਾਊਂਟ। ਪਹਿਲੀ ਚੋਰੀ ਤੋਂ ਬਾਅਦ ਜਦੋਂ ਮੈਂ ਰਿਪੋਰਟ ਕੀਤਾ, ਮੈਂ ਹੈਰਾਨ ਹਾਂ ਹਜੇ ਤੱਕ ਕਿ ਉਹਨਾਂ ਨੇ ਉਸ ਵੇਲੇ ਕੋਈ ਐਕਸ਼ਨ ਨਹੀਂ ਲਿਆ। ਉਹਨਾਂ ਨੇ ਅਕਾਊਂਟ ਫਰੀਜ਼ ਤੱਕ ਨਹੀਂ ਕੀਤਾ। ਦੂਸਰੀ ਵਾਰ ਜਦੋਂ ਮੈਂ ਕਾਲ ਕੀਤੀ, ਜਦੋਂ ਹੋ ਰਿਹਾ ਸੀ ਵਾਕਿਆ, ਮੈਂ ਕਿਹਾ ਵੀ ਇਹ ਹੋ ਰਿਹਾ ਦੁਬਾਰਾ ਅੱਜ ਤੇ ਪਲੀਜ਼ ਕੋਈ ਐਕਸ਼ਨ ਲਓ। ਉਹ ਲੇਡੀ ਮੇਰੇ ਤੋਂ ਪੁੱਛ ਰਹੀ ਹੈ ਕਿ ਵਟ ਡੂ ਯੂ ਵਾਂਟ ਟੂ ਡੂ। ਮੈਂ ਕਿਹਾ ਕੀ ਪ੍ਰੋਵੀਜ਼ਨਸ ਨੇ ਮੇਰੇ ਕੋਲ? ਕਹਿੰਦੀ ਫਰੀਜ਼ ਕਰ ਦਿੰਦੇ ਆ। ਮੈਂ ਕਿਹਾ ਚਲੋ ਠੀਕ ਹੈ, ਡੂ ਯੂ ਹੈਵ ਅ ਵੌਇਸ ਆਥੈਂਟੀਕੇਟਰ ਔਨ ਦਿਸ ਫੋਨ ਕਾਲ ਕਿ ਤੁਸੀਂ ਕਰਦੇ ਹੋ, ਜਿਵੇਂ TD ਐਪ ਹੈ, ਜਦੋਂ ਅਸੀਂ ਕਰਦੇ ਹਾਂ ਤੇ ਉਹ ਤੁਹਾਡੀ ਆਵਾਜ਼ ਨੂੰ ਆਈਡੈਂਟੀਫਾਈ ਕਰਦੇ ਆ। ਇਹਨਾਂ ਕੋਲ ਕੁਛ ਨਹੀਂ ਹੈ ਜੀ। ਸੋ ਮੈਂ ਜਦੋਂ ਕਾਲ ਕਰਦਾ ਉਹ ਕਹਿੰਦੇ ਜੀ ਆਪਾਂ ਫਰੀਜ਼ ਕਰ ਦਿੰਦੇ ਹਾਂ। ਮੈਂ ਕਿਹਾ ਜੀ ਫਰੀਜ਼ ਤਾਂ ਕਰ ਦੂੰਗੇ, ਜੇ ਮੈਨੂੰ ਨਹੀਂ ਪਤਾ ਕਿ ਕਿਸ ਹੱਦ ਤੱਕ ਗਿਆ ਹੋਇਆ ਹੈ, ਇਹ ਸਾਈਬਰ ਕ੍ਰਾਈਮ ਵੀ ਹੈ ਜਾਂ ਨਹੀਂ ਹੈ, ਜਾਂ ਕਿਸ ਹੱਦ ਤੱਕ ਸਾਈਬਰ ਕ੍ਰਾਈਮ ਹੈ। ਫਰੀਜ਼ ਹੋਇਆ ਨਹੀਂ? ਫਿਰ ਫਰੀਜ਼ ਉਹ ਕਹਿੰਦੀ ਕਰ ਦਿੰਦੀ ਆ। ਮੈਂ ਕਿਹਾ ਜੇ ਅਨਫਰੀਜ਼ ਕਰਾਉਣਾ ਹੈ ਫਿਰ ਕੀ ਪ੍ਰੋਸੈਸ ਹੈ? ਜੇ ਮੈਂ ਕਿਹਾ ਉਹ ਆਲਰੇਡੀ ਮੇਰੇ ਅਕਾਊਂਟ ਦੀ ਇਨਫੋਰਮੇਸ਼ਨ ਜਾਣਦਾ ਹੈ ਬੰਦਾ, ਉਹ ਕਾਲ ਕਰਦਾ ਅਨਫਰੀਜ਼ ਕਰਨ ਲਈ, ਫਿਰ ਵੀ ਤੁਸੀਂ ਅਨਫਰੀਜ਼ ਕਰ ਦਿਓਗੇ, ਫਿਰ ਗੱਲ ਤਾਂ ਹੋਰ ਵਰਸ ਹੋ ਜੂਗੀ, ਰਾਈਟ? ਫਿਰ ਮੈਂ ਕਿਹਾ ਹੋਰ ਕੀ ਤਰੀਕਾ ਹੈ? ਕਹਿੰਦੇ ਟਰਮੀਨੇਟ ਕਰ ਦਿਓ। ਮੈਂ ਕਿਹਾ ਠੀਕ ਹੈ ਜੀ, ਟਰਮੀਨੇਟ ਹੁਣ ਤਾਂ ਕਰ ਦਿੰਦਾ, ਕੱਲ੍ਹ ਨੂੰ ਮੇਰਾ ਕੰਮ ਬਿਜ਼ੀ ਹੁੰਦਾ ਹੈ ਨਾ, ਟ੍ਰਾਂਜੈਕਸ਼ਨਸ ਫਿਰ ਤੋਂ ਨੋਰਮਲ ਪੇਸ 'ਤੇ ਜਾਂਦੀਆਂ ਨੇ। 20-30 ਹਜ਼ਾਰ ਦੀ ਅਸੀਂ ਗੈਸ ਫਿਰ ਪਾਉਂਦੇ ਐਵਰੀ ਮੰਥ, ਸ਼ਾਇਦ ਜ਼ਿਆਦਾ। ਮੈਂ ਹਰੇਕ ਡਰਾਈਵਰ ਨੂੰ ਇਹ ਤਾਂ ਕਹਿ ਨਹੀਂ ਸਕਦਾ ਜੀ ਕਿ ਤੁਸੀਂ 100-200 ਆਪਣੀ ਜੇਬ 'ਚੋਂ ਰੋਜ਼ ਪਾਈ ਜਾਓ, ਨਵੇਂ ਡਰਾਈਵਰਸ ਨੂੰ ਸਪੈਸ਼ਲੀ, ਕਿਉਂਕਿ ਉਹ ਕਿੰਨਾ ਕੁ ਭਰੋਸਾ ਹੈ। ਹਾਂਜੀ, ਕੀ ਕਹਿੰਦੇ ਫਿਰ ਉਹ ਕਹਿੰਦੇ ਜੀ ਅਸੀਂ ਟਰਮੀਨੇਟ ਕਰ ਦਿੰਦੇ ਹਾਂ, ਤੁਸੀਂ ਨਵਾਂ ਅਕਾਊਂਟ ਖੁਲਾਓ। ਮੈਂ ਕਿਹਾ ਜੀ ਮੈਨੂੰ ਕੀ ਪਤਾ ਤੁਹਾਡਾ ਸਿਸਟਮ ਕੰਪਰੋਮਾਈਜ਼ ਹੋ ਸਕਦਾ ਕਿ ਮੈਂ ਤੁਹਾਡੇ ਕੋਲ ਅਕਾਊਂਟ ਖੁਲਾਵਾਂ ਹੀ ਕਿਉਂ, ਪਲੱਸ ਮੈਂ ਲੱਖ ਦੀ ਲਿਮਿਟ 'ਤੇ ਇਸ ਵੇਲੇ ਖੜਾ, ਮੈਂ ਦੁਬਾਰਾ ਨਵਾਂ ਅਕਾਊਂਟ ਨਵੇਂ ਸਿਰੋਂ ਖੁਲਾਊਂਗਾ। ਹੁਣ ਤੁਸੀਂ ਸ਼ੈਲ ਨਾ ਖੁਲਾ ਲਓ ਤੁਸੀਂ।
ਹਾਂਜੀ ਐਗਜ਼ੈਕਟਲੀ ਮੈਂ ਉਹ ਵੀ ਜਾਂ ਗੱਲ ਕਿਸੇ ਤੇ ਹੋਰ ਆ company ਨਾਲ ਰਿਹਾ ਖੁਲਾਓ। ਕਿ ਮੈਂ ਫਿਰ ਤੋਂ ਕ੍ਰੈਡਿਟ ਚੈੱਕਸ ਵੀ ਕਰਵਾਵਾਂ ਤੇ ਸ਼ੈਲ ਜਿੰਨੀ ਕਿ ਐਸਓ ਜ਼ਿੰਮੇਵਾਰ ਹੈ ਜੀ ਉਨੀ ਕਿ ਸ਼ੈਲ ਨਿਕਲਣੀ ਹੈ ਤੇ ਉਸ ਤੋਂ ਬਾਅਦ ਜੇ ਕੋਈ ਫਰਾਡ ਹੁੰਦਾ ਹੈ ਹੁਣ ਫਿਰ ਕਿੱਥੇ ਖੜੀ ਹੈ ਗੱਲ? ਤੁਹਾਡੇ ਜਿਹੜੇ 25-30 EMPLOYE ਸੀ ਉਹ ਲੇ ਆਫ ਕਰਨੇ ਪਏ? ਮੈਨੂੰ ਜੀ ਕੰਮ ਆਲਰੇਡੀ ਘੱਟ ਸੀਗਾ ਤੇ ਉਹਦੇ ਕਰਕੇ ਥੋੜਾ ਜਿਹਾ ਹੋਰ ਪਿੱਛੇ ਨੂੰ ਹੋਣਾ ਪਿਆ। ਹਾਂਜੀ ਕਿਉਂਕਿ ਮੈਂ EMPLOYEES ਨੂੰ ਮੈਂ ਜਿਵੇਂ ਮੈਂ ਐਥੀਕਲੀ ਨਹੀਂ ਸਮਝਦਾ ਉਸ ਗੱਲ ਨੂੰ ਕਿ ਮੈਂ ਹੁਣ ਹਰੇਕ ਬੰਦੇ ਨੂੰ ਪੁੱਛਾਂ ਕਿ ਪਲੀਜ਼ ਆਪਣੀ ਟ੍ਰਾਂਜੈਕਸ਼ਨਸ ਕਰੋ। ਹਾਲਾਂਕਿ ਠੀਕ ਹੈ ਸਿਸਟਮ ਹੈਗਾ ਹੁਣ ਪਰ ਉਹ ਕਿੰਨੇ ਬਹੁਤ ਟੁੱਟਿਆ EMPLOYE ਕੰਮ ਫੁੱਟਿਆ ਕਰਦੇ ਆ? ਸਿਸਟਮ ਹੈ। ਹਾਂਜੀ ਹੁਣ ਕਿੰਨੇ EMPLOYE ਕੰਮ ਕਰਦੇ ਆ? ਹੁਣ ਜੀ ਬੇਸਿਕਲੀ 10-12 ਨੇ। 30 ਤੋਂ 12 ਰਹਿ ਗਏ। 30 ਤੋਂ 12 ਰਹਿ ਗਏ। ਸੋ ਤੁਸੀਂ ਇਸ ਫਰਾਡ ਕਰਕੇ ਜਿਹੜਾ ਤੁਹਾਡਾ ਬਿਜ਼ਨਸ ਮੈਨੂੰ ਆਪਣੇ ਬਿਜ਼ਨਸ ਨੂੰ ਥੋੜਾ ਜਿਹਾ ਹੋਲਡ ਆਫ ਕਰਨਾ ਪਿਆ ਜੀ। ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ। ਕੋਈ ਸੁਣਵਾਈ ਨਹੀਂ ਜੀ। RCMP ਵੱਲੋਂ ਇਹ ਦੇਖ ਲਓ ਕਿ ਮੈਂ ਈਮੇਲਸ 2 ਭੇਜ ਚੁੱਕਿਆ ਉਹਦੇ ਵਿੱਚ ਜਿੰਨੀ ਇਨਫੋ ਭੇਜ ਸਕਦਾ ਸੀ ਮੈਂ ਭੇਜ ਚੁੱਕਿਆ I ਤੇ ਹਜੇ understand ਤੱਕ your ਮੈਨੂੰ frustration. ਰਿਸਪੌਂਡ ਬੈਕ ਵੀ ਨਹੀਂ ਕੀਤਾ ਕਿਸੇ ਨੇ ਕਿ ਹਾਂਜੀ ਸਾਡੀਆਂ ਆਹ ਫਾਈਂਡਿੰਗਸ ਨੇ। ਹਾਲਾਂਕਿ ਮੈਂ ਜਿਹੜਾ ਲੈਗ ਵਰਕ ਕਰ ਰਿਹਾ ਉਹ ਸੈਪਰੇਟ ਹੈ। ਮੈਂ ਪ੍ਰੋਵਾਈਡ ਕਰ ਰਿਹਾ ਇਨਫੋਰਮੇਸ਼ਨ, ਮੈਂ ਇਨਵੈਸਟੀਗੇਟ ਕਰ ਰਿਹਾ ਜੀ। RCMP ਦਾ ਕੰਮ ਮੈਂ ਕਰਕੇ ਦੇ ਰਿਹਾ ਇੱਦਾਂ। ਉਹ ਤੋਂ ਬਾਅਦ ਵੀ ਕੁਝ ਨਹੀਂ। ਤੁਸੀਂ ਸਟੂਡੈਂਟ ਹੋ ਇੱਥੇ ਕੈਨੇਡਾ 'ਚ? ਆਇਆ ਸਟੂਡੈਂਟ ਸੀ ਜੀ ਹੁਣ ਸੇ ਹੁਣ ਬਿਜ਼ਨਸ ਕਰਦੇ ਹੋ? ਹਾਂਜੀ ਵਾਹ, ਮੈਨੂੰ ਤੁਹਾਡੇ ਨਾਲ ਹਮਦਰਦੀ ਹੈ। ਮੈਨੂੰ ਨਹੀਂ ਲੱਗਦਾ ਕਿ ਅਸੀਂ ਕੁਛ ਇਹਦੇ 'ਚ ਜ਼ਿਆਦਾ ਕਰ ਸਕਦੇ ਹਾਂ। ਅਸੀਂ ਤੁਹਾਡੀ ਜਿਹੜੀ ਹੈ ਸ਼ਿਕਾਇਤ ਜ਼ਰੂਰ ਬ੍ਰੌਡਕਾਸਟ ਕਰ ਸਕਦੇ ਹਾਂ, ਪਰ ਇਹ ਤੇਲ ਕੰਪਨੀਆਂ ਤੇ RCMP ਦੇ ਵਿਚਕਾਰ ਜਿਹੜਾ ਰੇੜਕਾ ਹੈ ਇਹਦਾ ਕੋਈ ਹੋਰ ਇਲਾਜ ਲੱਭਿਆ ਜਾਣਾ ਚਾਹੀਦਾ। ਮੈਂ ਉਮੀਦ ਰੱਖਦਾ ਕਿ ਸਾਡੇ ਸੁਣਨ ਵਾਲਿਆਂ ਦੇ ਵਿੱਚੋਂ ਕੋਈ ਨਾ ਕੋਈ ਇਹਦੇ 'ਚ ਸੁਝਾਅ ਦੇਵੇਗਾ ਜਾਂ ਤੁਹਾਡੇ ਬਹੁਤ ਸਾਰਿਆਂ ਨਾਲ ਹੋਇਆ ਹੋਣਾ। ਪਲੀਜ਼ ਈਮੇਲ ਅਸ ਔਰ ਟੈਕਸਟ ਅਸ। ਉਹਨਾਂ ਨਾਲ ਗੱਲਬਾਤ ਹੋਏਗੀ ਖਬਰਾਂ ਤੋਂ ਬਾਅਦ। ਤੁਹਾਡਾ ਬਹੁਤ ਬਹੁਤ ਧੰਨਵਾਦ ਜਸਕਰਨ ਸਿੰਘ। Thank you ਜੀ। ਥੈਂਕ ਯੂ। ਥੈਂਕ ਯੂ।